ਓਮ ਸ਼ਾਂਤੀ। ਅੱਜ ਬਾਬਾ ਦੇ 16/11/2020 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਇਸ ਯੂਨੀਵਰਸਿਟੀ, ਰੂਹਾਨੀ ਯੂਨੀਵਰਸਿਟੀ ਦੇ ਵਿਦਿਆਰਥੀ ਹੋ। ਤੁਹਾਡਾ ਕੰਮ ਹੈ ਸਾਰੇ ਵਿਸ਼ਵ ਨੂੰ ਬਾਪ ਦਾ ਸੁਨੇਹਾ ਦੇਣਾ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ ਕਿ ਤੁਸੀਂ ਬੱਚੇ ਹੁਣ ਕਿਹੜਾ ਢਿੰਡੋਰਾ ਪਿੱਟਦੇ ਅਤੇ ਕਿਹੜੀ ਗੱਲ ਸਮਝਾਉਂਦੇ ਹੋ? ਉੱਤਰ ਵਿੱਚ ਬਾਬਾ ਨੇ ਕਿਹਾ, ਤੁਸੀਂ ਢਿੰਡੋਰਾ ਪਿੱਟਦੇ ਹੋ ਕਿ ਇਹ ਨਵੀਂ ਦੇਵੀ ਰਾਜਧਾਨੀ ਫਿਰ ਤੋਂ ਸਥਾਪਨ ਹੋ ਰਹੀ ਹੈ। ਅਨੇਕ ਧਰਮਾਂ ਦਾ ਹੁਣ ਵਿਨਾਸ਼ ਹੋਣਾ ਹੈ। ਤੁਸੀਂ ਸਾਰਿਆਂ ਨੂੰ ਸਮਝਾਉਂਦੇ ਹੋ ਕਿ ਸਾਰੇ ਬੇਫਿਕਰ ਰਹੋ। ਇਹ ਇੰਟਰਨੈਸ਼ਨਲ ਰੌਲਾ ਹੈ ਪੂਰੇ ਵਿਸ਼ਵ ਦਾ। ਲੜਾਈ ਜ਼ਰੂਰ ਲੱਗਣੀ ਹੈ। ਇਸ ਤੋਂ ਬਾਅਦ ਦੇਵੀ ਰਾਜਧਾਨੀ ਆਵੇਗੀ। ਓਮ ਸ਼ਾਂਤੀ। ਇਹ ਹੈ ਰੂਹਾਨੀ ਯੂਨੀਵਰਸਿਟੀ। ਸਾਰੇ ਵਿਸ਼ਵ ਦੀਆਂ ਜੋ ਵੀ ਆਤਮਾਵਾਂ ਹਨ, ਯੂਨੀਵਰਸਿਟੀ ਵਿੱਚ ਆਤਮਾਵਾਂ ਹੀ ਪੜ੍ਹਦੀਆਂ ਹਨ। ਯੂਨੀਵਰਸ ਅਰਥਾਤ ਵਿਸ਼ਵ। ਹੁਣ ਕਾਇਦੇ ਅਨੁਸਾਰ ਯੂਨੀਵਰਸਿਟੀ ਅਕਸ਼ਰ ਤੁਹਾਡਾ ਬੱਚਿਆਂ ਦਾ ਹੈ। ਇਹ ਹੈ ਰੂਹਾਨੀ ਯੂਨੀਵਰਸਿਟੀ। ਜਿਸਮਾਨੀ ਯੂਨੀਵਰਸਿਟੀ ਹੁੰਦੀ ਹੀ ਨਹੀਂ। ਇਹ ਇੱਕ ਹੀ ਗॉड ਫਾਦਰਲੀ ਯੂਨੀਵਰਸਿਟੀ ਹੈ। ਸਾਰੀਆਂ ਆਤਮਾਵਾਂ ਨੂੰ ਇਹ ਪਾਠ ਮਿਲਦਾ ਹੈ। ਤੁਹਾਡਾ ਹੈ ਇਹ ਪੈਗਾਮ ਕੋਈ ਨਾ ਕੋਈ ਪ੍ਰਕਾਰ ਨਾਲ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ। ਇਹ ਸੁਨੇਹਾ ਬਾਬਾ ਕਹਿ ਰਹੇ, ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ। ਸੁਨੇਹਾ ਲਾਉਣਾ ਹੈ ਅਤੇ ਸੁਨੇਹਾ ਬਿਲਕੁਲ ਸਧਾਰਨ ਹੈ। ਬੱਚੇ ਜਾਣਦੇ ਹਨ ਕਿ ਉਹ ਸਾਡਾ ਬੇਹੱਦ ਦਾ ਬਾਪ ਹੈ, ਜਿਸ ਨੂੰ ਸਾਰੇ ਯਾਦ ਕਰਦੇ ਹਨ। ਏਦਾਂ ਵੀ ਕਹਿਣ ਕਿ ਉਹ ਸਾਡਾ ਬੇਹੱਦ ਦਾ ਮਾਸ਼ੂਕ ਹੈ, ਤਾਂ ਵੀ ਵਿਸ਼ਵ ਦੀਆਂ ਜੀਵ ਆਤਮਾ ਜੋ ਹਨ, ਉਹ ਸਾਰੀਆਂ ਉਸ ਮਾਸ਼ੂਕ ਨੂੰ ਯਾਦ ਕਰਦੀਆਂ ਹਨ। ਬਾਬਾ ਕਹਿ ਰਹੇ, ਇਹ ਗੱਲਾਂ ਚੰਗੀ ਤਰ੍ਹਾਂ ਧਾਰਨ ਕਰਨੀਆਂ ਹਨ। ਜੋ ਰਿਫਰੈਸ਼ ਬੁੱਧੀ ਹੁੰਦੇ ਹਨ, ਫਰੈਸ਼ ਬੁੱਧੀ ਹੋਣਗੇ, ਉਹ ਚੰਗੀ ਤਰ੍ਹਾਂ ਧਾਰਨ ਕਰ ਸਕਣਗੇ। ਵਿਸ਼ਵ ਵਿੱਚ ਜੋ ਵੀ ਆਤਮਾਵਾਂ ਹਨ, ਉਹਨਾਂ ਸਭ ਦਾ ਬਾਪ ਇੱਕ ਹੀ ਹੈ। ਯੂਨੀਵਰਸਿਟੀ ਵਿੱਚ ਮਨੁੱਖ ਹੀ ਪੜ੍ਹਨਗੇ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ 84 ਜਨਮ ਲੈਂਦੇ ਹਾਂ। 84 ਲੱਖ ਦੀ ਤਾਂ ਕੋਈ ਗੱਲ ਹੀ ਨਹੀਂ। ਵਿਸ਼ਵ ਵਿੱਚ ਜੋ ਵੀ ਆਤਮਾਵਾਂ ਹਨ, ਇਸ ਸਮੇਂ ਸਾਰੀਆਂ ਪਤਿਤ ਹਨ। ਇਹ ਹੈ ਹੀ ਛੀਛੀ ਦੁਨੀਆ ਦੁੱਖ ਧਾਮ। ਉਸ ਨੂੰ ਸੁਖ ਧਾਮ ਵਿੱਚ ਲੈ ਜਾਣ ਵਾਲਾ ਇੱਕ ਬਾਪ ਹੀ ਹੈ। ਉਸ ਨੂੰ ਲਿਬਰੇਟਰ ਵੀ ਕਹਿੰਦੇ ਹਨ। ਲਿਬਰੇਟ ਮਾਨਾ ਛੁਡਾਉਣਾ, ਤਾਂ ਸਾਨੂੰ ਬਾਬਾ ਆ ਕੇ ਦੁੱਖਾਂ ਤੋਂ ਛੁਡਾ ਦਿੰਦੇ ਹਨ। ਤੁਸੀਂ ਸਾਰੇ ਯੂਨੀਵਰਸ ਅਤੇ ਵਿਸ਼ਵ ਦੇ ਮਾਲਿਕ ਬਣਦੇ ਹੋ। ਬਾਬਾ ਸਭ ਦੇ ਲਈ ਕਹਿੰਦੇ ਹਨ ਕਿ ਇਹ ਸੁਨੇਹਾ ਪਹੁੰਚਾ ਕੇ ਆਓ। ਬਾਬਾ ਨੂੰ ਸਾਰੇ ਯਾਦ ਕਰਦੇ ਹਨ। ਉਸ ਨੂੰ ਗॉड ਫਾਦਰ, ਗਾਈਡ, ਲਿਬਰੇਟਰ, ਰਹਿਮਦਿਲ ਕਹਿੰਦੇ ਹਨ। ਬਾਬਾ ਨੂੰ ਇਹ ਸਭ ਕਿਹਾ ਜਾਂਦਾ ਹੈ। ਅਨੇਕ ਭਾਸ਼ਾਵਾਂ ਹਨ ਨਾ। ਸਾਰੀਆਂ ਆਤਮਾਵਾਂ ਇੱਕ ਨੂੰ ਪੁਕਾਰਦੀਆਂ ਹਨ, ਤਾਂ ਉਹ ਇੱਕ ਹੀ ਸਾਰੇ ਵਿਸ਼ਵ ਦਾ ਟੀਚਰ ਵੀ ਹੋਇਆ ਨਾ। ਬਾਪ ਤਾਂ ਹੈ ਹੀ, ਪਰੰਤੂ ਇਹ ਕਿਸ ਨੂੰ ਪਤਾ ਨਹੀਂ ਕਿ ਉਹ ਸਾਡਾ ਸਾਰੀਆਂ ਆਤਮਾਵਾਂ ਦਾ ਟੀਚਰ ਵੀ ਹੈ, ਗੁਰੂ ਵੀ ਹੈ। ਸਾਰੇ ਗਾਈਡ, ਸਾਰਿਆਂ ਨੂੰ ਬਾਬਾ ਕਹਿੰਦੇ, ਸਾਰਿਆਂ ਨੂੰ ਗਾਈਡ ਮਾਨਾ ਰਾਹ ਵੀ ਦਿਖਾਉਂਦੇ ਹਨ। ਇਸ ਬੇਹੱਦ ਦੇ ਗਾਈਡ ਨੂੰ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ। ਤੁਹਾਨੂੰ ਬ੍ਰਾਹਮਣਾਂ ਤੋਂ ਸਿਵਾਏ ਕਿਸੇ ਹੋਰ ਨੂੰ ਪਤਾ ਨਹੀਂ ਹੈ। ਆਤਮਾ ਨੂੰ ਹੀ ਤੁਸੀਂ ਜਾਣਨਾ ਹੈ ਨਾ। ਬਾਬਾ ਕਹਿੰਦੇ, ਆਤਮਾ ਨੂੰ ਹੀ ਤੁਸੀਂ ਜਾਣਿਆ ਹੈ ਨਾ ਕਿ ਆਤਮਾ ਕੀ ਚੀਜ਼ ਹੈ। ਦੁਨੀਆ ਵਿੱਚ ਤਾਂ ਇੱਕ ਵੀ ਮਨੁੱਖ ਨਹੀਂ, ਖਾਸ ਭਾਰਤ, ਆਮ ਦੁਨੀਆ,
ਕਿਸਨੂੰ ਵੀ ਇਹ ਪਤਾ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ। ਬੇਸ਼ੱਕ ਕਹਿੰਦੇ ਹਨ ਆਤਮਾ ਭਿਰਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ, ਪਰੰਤੂ ਸਮਝ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ ਕਿ ਆਤਮਾ ਤਾਂ ਅਵਿਨਾਸ਼ੀ ਹੈ, ਉਹ ਕਦੇ ਵੀ ਵੱਡੀ ਜਾਂ ਛੋਟੀ ਨਹੀਂ ਹੁੰਦੀ। ਜਿਵੇਂ ਤੁਹਾਡੀ ਆਤਮਾ ਹੈ, ਬਾਬਾ ਵੀ ਉਹ ਬਿੰਦੀ ਹੈ, ਵੱਡਾ ਛੋਟਾ ਨਹੀਂ ਹੁੰਦਾ। ਉਹ ਵੀ ਆਤਮਾ ਸਿਰਫ ਪਰਮ ਆਤਮਾ ਹੈ, ਸੁਪਰੀਮ ਹੈ। ਬਰੋਬਰ ਸਾਰੀਆਂ ਆਤਮਾਵਾਂ ਪਰਮ ਧਾਮ ਵਿੱਚ ਰਹਿਣ ਵਾਲੀਆਂ ਹਨ। ਇੱਥੇ ਆਉਂਦੀਆਂ ਹਨ ਪਾਠ ਵਜਾਉਣ ਲਈ, ਫਿਰ ਆਪਣੇ ਪਰਮ ਧਾਮ ਜਾਣ ਦੀ ਕੋਸ਼ਿਸ਼ ਕਰਨੀ ਹੈ। ਪਰਮ ਪਿਤਾ ਪਰਮਾਤਮਾ ਨੂੰ ਸਾਰੇ ਯਾਦ ਕਰਦੇ ਹਨ, ਕਿਉਂਕਿ ਆਤਮਾਵਾਂ ਨੂੰ ਪਰਮ ਪਿਤਾ ਪਰਮਾਤਮਾ ਨੇ ਮੁਕਤੀ ਵਿੱਚ ਭੇਜਿਆ ਸੀ, ਤਾਂ ਉਸ ਨੂੰ ਯਾਦ ਕਰਦੇ ਹਨ। ਆਤਮਾ ਹੀ ਤਮੋ ਪ੍ਰਧਾਨ ਬਣੀ ਹੈ। ਯਾਦ ਕਿਉਂ ਕਰਦੇ ਹਨ, ਇਸ ਦਾ ਕਿਸੇ ਨੂੰ ਵੀ ਪਤਾ ਨਹੀਂ। ਜਿਵੇਂ ਬਾਬਾ ਨੇ ਇੱਕ ਉਦਾਹਰਣ ਦਿੱਤੀ ਕਿ ਜਿਵੇਂ ਛੋਟਾ ਬੱਚਾ ਹੁੰਦਾ ਹੈ, ਬੱਚੇ ਨੂੰ ਕਹੋ ਕਿ ਬਾਬਾ ਕਹਿੰਦੇ, ਜਿਵੇਂ ਬੱਚਾ ਕਹੇਗਾ ਬਾਬਾ, ਬਸ ਉਸ ਨੂੰ ਪਤਾ ਨਹੀਂ ਹੁੰਦਾ ਹੈ। ਤਾਂ ਤੁਸੀਂ ਵੀ ਮੰਮਾ ਬਾਬਾ ਕਹਿੰਦੇ ਹੋ, ਜਾਣਦੇ ਤਾਂ ਕੁਝ ਵੀ ਨਹੀਂ। ਕਈ ਬੱਚੇ ਮੂੰਹ ਤੋਂ ਤਾਂ ਬੋਲਦੇ ਆ ਮੰਮਾ ਬਾਬਾ, ਲੇਕਿਨ ਪਤਾ ਨਹੀਂ ਹੈ। ਬਾਬਾ ਕਹਿੰਦੇ ਕਿ ਸ਼ਰਣ ਬੁੱਧੀ ਸਮਝਦੇ ਹਨ, ਜੋ ਸਮਝਦਾਰ ਹਨ, ਕਿ ਰਾਜਧਾਨੀ ਵਿੱਚ ਤਾਂ ਹਰ ਪ੍ਰਕਾਰ ਦੇ ਪਾਠਧਾਰੀ ਹੁੰਦੇ ਹਨ। ਸਤਯੁਗ ਵਿੱਚ ਜੋ ਰਾਜਧਾਨੀ ਸੀ ਉਹ ਫਿਰ ਤੋਂ ਸਥਾਪਨ ਹੋ ਰਹੀ ਹੈ, ਬਦਲੀ ਹੋ ਜਾਣਗੇ। ਹੁਣ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਕਲਾਸ ਵਿੱਚ ਟ੍ਰਾਂਸਫਰ ਹੁੰਦੇ ਹੋ। ਪੁਰਾਣੀ ਦੁਨੀਆ ਤੋਂ ਨਵੀਂ ਦੁਨੀਆ ਵਿੱਚ ਜਾਂਦੇ ਹੋ। ਤੁਹਾਡੀ ਪੜ੍ਹਾਈ ਇਸ ਨਵੀਂ ਦੁਨੀਆ ਦੇ ਲਈ ਹੈ, ਇਸ ਦੁਨੀਆ ਦੇ ਲਈ ਨਹੀਂ ਹੈ, ਬਣਾ ਨਵੀਂ ਦੁਨੀਆ ਦੇ ਲਈ ਹੈ। ਬਾਬਾ ਹਮੇਸ਼ਾ ਕਹਿੰਦੇ ਹਨ, ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ ਕਿ ਬਾਬਾ ਹਮੇਸ਼ਾ ਕਹਿੰਦੇ ਹਨ, ਜਿੱਥੇ ਤੁਸੀਂ ਭਾਸ਼ਣ ਕਰਦੇ ਹੋ ਤਾਂ ਇਹ ਲక్ష్ਮੀ ਨਾਰਾਇਣ ਦਾ ਚਿੱਤਰ ਜ਼ਰੂਰ ਰੱਖੋ। ਇਸ ਵਿੱਚ ਤਿਥੀ ਵੀ ਜ਼ਰੂਰ ਲਿਖੀ ਹੋਵੇ। ਤੁਸੀਂ ਸਮਝਾ ਸਕਦੇ ਹੋ ਕਿ ਨਵੇਂ ਵਿਸ਼ਵ ਦੀ ਸ਼ੁਰੂਆਤ ਵਿੱਚ 1250 ਸਾਲ ਤੱਕ ਇਹਨਾਂ ਦੀ ਰਾਜਧਾਨੀ ਸੀ, ਰਾਜ ਸੀ। ਜਿਵੇਂ ਕਹਿੰਦੇ ਹਨ ਨਾ ਕਿ ਕ੍ਰਿਸਚਨ ਡਿਨਾਇਸਟੀ ਦਾ ਰਾਜ ਸੀ, ਕ੍ਰਿਸਚਨ ਰਾਜੇ ਦਾ ਰਾਜ ਸੀ। ਇੱਕ ਦੋ ਦੇ ਪਿੱਛੇ ਚਲੇ ਆਉਂਦੇ ਹਨ। ਤਾਂ ਜਦੋਂ ਇਹ ਦੇਵਤਾ ਡਿਨਾਇਸਟੀ ਸੀ ਤਾਂ ਦੂਜਾ ਕੋਈ ਹੋਰ ਨਹੀਂ ਸੀ। ਹੁਣ ਫਿਰ ਇਹ ਰਾਜਾਈ ਸਥਾਪਨ ਹੋ ਰਹੀ ਹੈ। ਬਾਕੀ ਸਭ ਦਾ ਵਿਨਾਸ਼ ਹੋਣਾ ਹੈ। ਲੜਾਈ ਵੀ ਸਾਹਮਣੇ ਖੜੀ ਹੈ। ਭਾਗਵਤ ਆਦਿ ਤੇ ਵੀ ਕਹਾਣੀ ਲਿਖ ਦਿੱਤੀ ਨਾ। ਛੋਟੇਪਣ ਵਿੱਚ ਕਹਾਣੀਆਂ ਆਦਿ ਸੁਣਦੇ ਰਹਿੰਦੇ ਸੀ। ਹੁਣ ਤੁਸੀਂ ਜਾਣਦੇ ਹੋ ਕਿ ਇਹ ਰਾਜਾਈ ਕਿਵੇਂ ਸਥਾਪਨ ਹੁੰਦੀ ਹੈ। ਜ਼ਰੂਰ ਬਾਪ ਨੇ ਰਾਜਯੋਗ ਸਿਖਾਇਆ ਹੈ। ਜੋ ਪਾਸ ਹੁੰਦੇ ਹਨ ਉਹ ਵਿਜੇ ਮਾਲਾ ਦਾ ਦਾਣਾ ਬਣਦੇ ਹਨ, ਅਤੇ ਕੋਈ ਫਿਰ ਇਸ ਮਾਲਾ ਨੂੰ ਜਾਣਦੇ ਹੀ ਨਹੀਂ। ਤੁਸੀਂ ਹੀ ਜਾਣਦੇ ਹੋ। ਤੁਹਾਡਾ ਹੈ ਪ੍ਰਵਰਤੀ ਮਾਰਗ। ਉੱਪਰ ਵਿੱਚ ਬਾਬਾ ਖੜਾ ਹੈ, ਉਸ ਨੂੰ ਆਪਣਾ ਸਰੀਰ ਹੈ ਨਹੀਂ। ਫਿਰ ਬ੍ਰਹਮਾ ਸਰਸਵਤੀ ਸੋ ਲక్ష్ਮੀ ਨਾਰਾਇਣ। ਪਹਿਲਾਂ ਚਾਹੀਦਾ ਬਾਪ, ਫਿਰ ਜੋੜਾ। ਰੁਦਰਾਕਸ਼ ਦੇ ਦਾਣੇ ਹੁੰਦੇ ਹਨ ਨਾ, ਤਾਂ ਨੇਪਾਲ ਵਿੱਚ ਇੱਕ ਦਰਖਤ ਹੈ ਜਿੱਥੋਂ ਇਹ ਰੁਦਰਾਕਸ਼ ਦੇ ਦਾਣੇ ਆਉਂਦੇ ਹਨ। ਨੇਪਾਲ ਵਿੱਚ ਇੱਕ ਕਿਸਮ ਦਾ ਏਦਾਂ ਦਾ ਪੇੜ ਹੈ, ਦਰਖਤ ਹੈ, ਜਿਸ ਵਿੱਚ ਏਦਾਂ ਦੇ ਦਾਣੇ ਲੱਗਦੇ ਹਨ, ਜਿਸ ਨੂੰ ਰੁਦਰਾਕਸ਼ ਦੇ ਦਾਣੇ ਮੰਨਦੇ। ਉਸ ਵਿੱਚ ਸੱਚੇ ਵੀ ਹੁੰਦੇ ਹਨ। ਜਿੰਨਾ ਛੋਟਾ ਓਨਾ ਜ਼ਿਆਦਾ ਕੀਮਤੀ ਹੁੰਦਾ ਹੈ। ਹੁਣ ਤੁਸੀਂ ਅਰਥ ਸਹਿਤ ਸਮਝ ਗਏ ਹੋ। ਇਹ ਵਿਸ਼ਨੂੰ ਦੀ ਵਿਜੇ ਮਾਲਾ ਅਰਥਾਤ ਰੁੰਡ ਮਾਲਾ ਬਣਦੀ ਹੈ। ਉਸ ਨੂੰ ਵੈਜੰਤੀ ਮਾਲਾ ਵੀ ਕਿਹਾ ਜਾਂਦਾ। ਉਹ ਲੋਕ ਤਾਂ ਸਿਰਫ ਮਾਲਾ ਫੇਰਦੇ ਰਾਮ ਰਾਮ ਕਹਿੰਦੇ ਰਹਿੰਦੇ, ਅਰਥ ਕੁਝ ਵੀ ਨਹੀਂ ਜਾਣਦੇ, ਮਾਲਾ ਦਾ ਜਾਪ ਕਰਦੇ। ਤਾਂ ਇੱਥੇ ਬਾਪ ਕਹਿੰਦੇ ਹਨ, ਮੈਨੂੰ ਯਾਦ ਕਰੋ, ਇਹ ਹੈ ਜਪਾ ਜਾਪ। ਮੂੰਹ ਤੋਂ ਕੁਝ ਵੀ ਬੋਲਣਾ ਨਹੀਂ ਹੈ। ਗੀਤ ਵੀ ਤਾਂ ਸਥੂਲ ਹੋ ਜਾਂਦਾ ਹੈ ਨਾ। ਬੱਚਿਆਂ ਨੂੰ ਤਾਂ ਸਿਰਫ ਬਾਪ ਨੂੰ ਯਾਦ ਕਰਨਾ ਹੈ, ਨਹੀਂ ਤਾਂ ਫਿਰ ਗੀਤ ਆਦਿ ਯਾਦ ਆਉਂਦੇ ਰਹਿਣਗੇ। ਇੱਥੇ ਮੁੱਖ ਗੱਲ ਹੈ ਹੀ ਯਾਦ ਦੀ। ਤੁਸੀਂ ਤਾਂ ਆਵਾਜ਼ ਤੋਂ ਪਰੇ ਜਾਣਾ ਹੈ।
ਬਾਬਾ ਦਾ ਡਾਇਰੈਕਸ਼ਨ ਹੈ ਮਨ ਮਨਾ ਭਵ। ਬਾਪ ਥੋੜੇ ਕਹਿੰਦੇ ਗੀਤ ਗਾਓ ਰੜੀਆਂ ਮਾਰੋ। ਮੇਰਾ ਮਹਿਮਾ ਗਾਇਨ ਕਰਨ ਦੀ ਦਰਕਾਰ ਨਹੀਂ ਹੈ। ਇਹ ਨਹੀਂ ਜ਼ਰੂਰੀ ਕਿ ਅਸੀਂ ਮੂੰਹ ਤੋਂ ਬੋਲ ਕੇ ਗੀਤ ਗਾਣਿਆਂ ਨਾਲ ਬਾਬਾ ਦੀ ਮਹਿਮਾ ਕਰੀਏ, ਲੇਕਿਨ ਬਾਬਾ ਕਹਿ ਰਹੇ ਅੰਦਰੂਨੀ ਤਪੱਸਿਆ, ਚੁੱਪ ਕਰਕੇ ਸ਼ਾਂਤੀ ਨਾਲ ਬੈਠ ਕੇ ਹੀ ਆਪਣੇ ਆਪ ਨੂੰ ਸਮੇਟ ਕੇ ਬਾਬਾ ਨੂੰ ਯਾਦ ਕਰਨਾ, ਆਵਾਜ਼ ਤੋਂ ਪਰੇ ਚਲੇ ਜਾਣਾ। ਤਾਂ ਇਹ ਤਾਂ ਤੁਸੀਂ ਜਾਣਦੇ ਹੋ ਨਾ ਕਿ ਉਹ ਗਿਆਨ ਦਾ ਸਾਗਰ, ਸੁਖ ਸ਼ਾਂਤੀ ਦਾ ਸਾਗਰ ਹੈ। ਮਨੁੱਖ ਨਹੀਂ ਜਾਣਦੇ, ਇਹੋ ਜਿਹੇ ਨਾਮ ਰੱਖ ਦਿੱਤੇ, ਤੁਹਾਡੇ ਸਿਵਾਏ ਕੋਈ ਨਹੀਂ ਜਾਣਦੇ। ਬਾਬਾ ਹੀ ਆ ਕੇ ਆਪਣਾ ਨਾਮ ਰੂਪ ਆਦਿ ਦੱਸਦੇ ਹਨ। ਮੈਂ ਕਿੱਦਾਂ ਦਾ ਹਾਂ ਔਰ ਤੁਸੀਂ ਆਤਮਾ ਕਿਹੋ ਜਿਹੀ ਹੋ। ਤੁਸੀਂ ਬਹੁਤ ਮਿਹਨਤ ਕਰਦੇ ਹੋ ਪਾਠ ਵਜਾਉਣ ਦੇ ਲਈ, ਅੱਧਾ ਕਲਪ ਭਗਤੀ ਕੀਤੀ, ਮੈਂ ਤਾਂ ਇਹੋ ਜਿਹੇ ਪਾਠ ਵਿੱਚ ਆਉਂਦਾ ਹੀ ਨਹੀਂ। ਮੈਂ ਤਾਂ ਦੁੱਖ ਸੁੱਖ ਤੋਂ ਨਿਆਰਾ ਹਾਂ। ਤੁਸੀਂ ਦੁੱਖ ਭੋਗਦੇ ਹੋ ਤਾਂ ਤੁਸੀਂ ਸੁੱਖ ਵੀ ਭੋਗਦੇ ਹੋ। ਸਤਯੁਗ ਵਿੱਚ ਤੁਹਾਡਾ ਮੇਰੇ ਨਾਲੋਂ ਪਾਠ ਉੱਚਾ ਹੈ। ਤੁਸੀਂ ਜਦੋਂ ਬਿਲਕੁਲ ਤਮੋ ਪ੍ਰਧਾਨ ਬਣ ਜਾਂਦੇ ਹੋ ਤਾਂ ਮੈਂ ਆਪਣੇ ਟਾਈਮ ਤੇ, ਐਕੂਰੇਟ ਟਾਈਮ ਤੇ ਆਉਂਦਾ ਹਾਂ, ਸਧਾਰਨ ਤਨ ਵਿੱਚ ਤੁਹਾਨੂੰ ਬੱਚਿਆਂ ਨੂੰ ਦੁੱਖ ਤੋਂ ਛੁਡਾਉਂਦਾ ਹਾਂ। ਬਾਪ ਬੱਚਿਆਂ ਨੂੰ ਕਹਿੰਦੇ, ਬੱਚੇ ਅਹੰਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ, ਦੇਹੀ ਅਭਿਮਾਨੀ ਬਣੋ। ਦੇਹੀ ਅਭਿਮਾਨੀ ਰਹਿਣ ਵਾਲੇ ਬੜੇ ਮਿੱਠੇ ਹੁੰਦੇ ਹਨ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤੀ ਬੱਚਿਆਂ ਨੂੰ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ ਆਪਣੀ ਸਥਿਤੀ ਇਹੋ ਜਿਹੀ ਅਚਲ ਅਤੇ ਨਿਰਭੈ ਬਣਾਉਣੀ ਹੈ ਜੋ ਅੰਤਿਮ ਵਿਨਾਸ਼ ਦੀ ਸੀਨ ਨੂੰ ਦੇਖ ਸਕੋ। ਮਿਹਨਤ ਕਰਨੀ ਹੈ ਦੇਹੀ ਅਭਿਮਾਨੀ ਬਣਨ ਦੀ। ਦੂਸਰਾ ਹੈ ਨਵੀਂ ਰਾਜਧਾਨੀ ਵਿੱਚ ਉੱਚਾ ਪਦ ਪਾਉਣ ਦੇ ਲਈ ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ। ਪਾਸ ਹੋ ਕੇ ਵਿਜੇ ਮਾਲਾ ਦਾ ਦਾਣਾ ਬਣਨਾ ਹੈ। ਫਿਰ ਵਰਦਾਨ ਹੈ ਅੱਜ ਦਾ, ਨਿਰਬਲ, ਮਨਾ ਕੋਈ ਸ਼ਕਤੀ ਨਹੀਂ। ਬਾਬਾ ਕਹਿੰਦੇ ਨਿਰਬਲ, ਦਿਲ ਸ਼ਿਕਸਤ, ਅਸਮਰਥ ਆਤਮਾ ਨੂੰ ਐਕਸਟਰਾ ਬਲ, ਮਨਾ ਸਪੈਸ਼ਲ, ਬਾਬਾ ਕਹਿੰਦੇ ਵਿਸ਼ੇਸ਼ ਬਲ ਦੇਣ ਵਾਲੇ ਰੂਹਾਨੀ ਰਹਿਮਦਿਲ ਭਵ। ਵਿਸਤਾਰ ਵਿੱਚ ਬਾਬਾ ਨੇ ਕਿਹਾ ਜੋ ਰੂਹਾਨੀ ਰਹਿਮਦਿਲ ਬੱਚੇ ਹਨ ਉਹ ਮਹਾਦਾਨੀ ਬਣ ਬਿਲਕੁਲ ਹੋਪਲੈਸ ਕੇਸ, ਜਿਹਦੇ 'ਚ ਕੋਈ ਉਮੀਦ ਨਹੀਂ ਰਹਿੰਦੀ, ਹੋਪਲੈਸ ਕੇਸ ਵਿੱਚ ਹੋਪ ਪੈਦਾ ਕਰ ਦਿੰਦੇ ਹਨ। ਨਿਰਬਲ ਨੂੰ ਬਲਵਾਨ ਬਣਾ ਦਿੰਦੇ ਹਨ। ਦਾਨ ਸਦਾ ਗਰੀਬ ਨੂੰ, ਬੇਸਹਾਰੇ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਨਿਰਬਲ, ਦਿਲ ਸ਼ਿਕਸਤ, ਅਸਮਰਥ ਪ੍ਰਜਾ ਕੁਆਲਿਟੀ ਦੀਆਂ ਆਤਮਾਵਾਂ ਹਨ, ਉਹਨਾਂ ਦੇ ਪ੍ਰਤੀ ਰੂਹਾਨੀ ਰਹਿਮਦਿਲ ਬਣ ਮਹਾਦਾਨੀ ਬਣੋ। ਆਪਸ ਵਿੱਚ ਇੱਕ ਦੂਜੇ ਦੇ ਪ੍ਰਤੀ ਮਹਾਦਾਨੀ ਨਹੀਂ, ਉਹ ਤਾਂ ਸਹਿਯੋਗੀ ਸਾਥੀ ਹੋ, ਭਾਈ ਭਾਈ ਹੋ, ਹਮ ਸ਼ਰੀਕ ਪੁਰਸ਼ਾਰਥੀ ਹੋ। ਸਹਿਯੋਗ ਦੋ, ਦਾਨ ਨਹੀਂ। ਅੱਛਾ ਸਲੋਗਨ ਹੈ, ਸਦਾ ਇੱਕ ਬਾਪ ਦੇ ਸ੍ਰੇਸ਼ਟ ਸੰਗ ਵਿੱਚ ਰਹੋ ਤਾਂ ਹੋਰ ਕਿਸੇ ਦੇ ਸੰਗ ਦਾ ਪ੍ਰਭਾਵ ਨਹੀਂ ਪੈ ਸਕਦਾ। ਅੱਛਾ, ਓਮ ਸ਼ਾਂਤੀ।